ਨਦਰ ਸਤਿਗੁਰ ਜਦ ਧਾਰੈ, ਪਾਹਨ ਮਾਨਿਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ, ਗਿਆਨ ਦੇ ਮਹਾਨ ਸੋਮੇ ਗਿਆਨ ਗੁਰੂ, ਸ਼ਬਦ ਗੁਰੂ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾਨੰਗ। ਹਾਲਤ ਪਲਤ ਦੇ ਰੱਖਿਅਕ, ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਮਨੁੱਖਤਾ ਦੇ ਰਹਿਬਰ, ਜੁਗ ਹੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ। ਸਤਿਗੁਰਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਸੁਭਾਇਮਾਨ ਜੁੜ ਮਿਲ ਬੈਠੇ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਮਿਹਰਮਤ ਕੀਤੀ ਹੈ, ਜਿਸ ਦਾ ਸਦਕਾ ਧੰਨ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਾਜ਼ਰੀ ਭਰਨ ਦਾ ਵਡਮੁੱਲਾ ਬੇਸ਼ਕੀਮਤੀ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਮੁਬਾਰਕ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਸਰਵਣ ਕਰ ਆਪ ਜੀ ਆਪਣੇ ਵਡਮੁੱਲੇ ਬੇਸ਼ਕੀਮਤੀ ਜੀਵਨ, ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰਨ ਦਾ ਸਫਲ ਯਤਨ ਕਰ ਰਹੇ ਹੋ। ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਮਾਂ ਗੁਰ ਸ਼ਬਦ ਵਿਚਾਰ ਦਾ ਹੈ, ਜੋ ਲੜੀਵਾਰ ਪਾਵਨ ਗੁਰ ਸ਼ਬਦ ਵਿਚਾਰ ਦੀ ਕਥਾ ਚੱਲ ਰਹੀ ਹੈ। ਅੱਜ ਦਾ ਜੋ ਪਵਿੱਤਰ ਸ਼ਬਦ ਸਤਿਗੁਰਾਂ ਨੇ ਦਾਤ ਵਜੋਂ ਬਖਸ਼ਿਸ਼ ਕੀਤਾ ਹੈ, ਤਿਸ ਦਾ ਮੂਲ ਪਾਠ ਆਪ ਜੀ ਨੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਪਾਸੋਂ ਸਰਵਣ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਜੁੜੀਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰ ਰਹੇ ਨੇ। ਇਸ ਪਾਵਨ ਸ਼ਬਦ ਦਾ ਰਹਾਉ ਦਾ ਬੰਦ ਹੈ, ਮਨ ਰੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਲਾਹ ਤੂੰ ਫਿਰ ਆਵਣ ਜਾਣ ਨਾ ਹੋਏ। ਸਤਿਗੁਰੂ ਜੀ ਮਨ ਨੂੰ ਸਮਝਾ ਰਹੇ ਨੇ, ਮਨ ਨੂੰ ਇਹ ਗੱਲ ਕਹਿ ਰਹੇ ਨੇ ਕਿ ਆਪਣੇ ਨਿਜ ਘਰ ਦੇ ਅੰਦਰ, ਆਪਣੇ ਅੰਤਰ ਆਤਮੇ ਦੇ ਅੰਦਰ ਟਿਕ ਜਾ। ਅਗਰ ਨਿਜ ਘਰ ਦੇ ਅੰਦਰ ਸਥਿਰ ਹੋ ਜਾਂਦਾ ਹੈ, ਫਿਰ ਤੇਰਾ ਆਉਣਾ ਜਾਣਾ ਜਿਹੜਾ ਹੈ ਉਹ ਸਦਾ ਲਈ ਖਤਮ ਹੋ ਜਾਏਗਾ। ਪਰ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜਿਹੜਾ ਮਨ ਹੈ
ਉਹ ਅਸਲ ਮਾਇਨਿਆਂ ਦੇ ਅੰਦਰ ਉਸ ਥਾਂ ਤੇ ਸਥਿਰ ਹੁੰਦਾ ਹੀ ਨਹੀਂ, ਉਸ ਥਾਂ ਤੇ ਟਿਕਦਾ ਹੀ ਨਹੀਂ ਜਿੱਥੇ ਅਸਲ ਮਾਇਨਿਆਂ ਦੇ ਅੰਦਰ ਉਹਦੇ ਟਿਕਣ ਦੀ ਥਾਂ ਹੈ। ਨਿਜ ਘਰ ਦੇ ਅੰਦਰ ਸਥਿਰ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ? ਭਗਤ ਰਵਿਦਾਸ ਜੀ ਕਿਰਪਾ ਕਰਦੇ ਨੇ, ਉਹਨਾਂ ਦਾ ਇੱਕ ਬਚਨ ਹੈ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਅਸਲ ਮਾਇਨਿਆਂ ਦੇ ਅੰਦਰ ਉਸ ਦਾ ਮਨ ਸਥਿਰ ਹੁੰਦਾ ਹੈ, ਟਿਕਦਾ ਹੈ, ਜਾਂ ਉਸ ਵਿਅਕਤੀ ਨੂੰ ਆਪਣੇ ਨਿੱਜ ਘਰ ਦੀ ਸੋਝੀ ਮਿਲਦੀ ਹੈ, ਜਿਸ ਦੇ ਜੀਵਨ ਦੇ ਅੰਦਰ ਜਾਗਰਤੀ ਹੈ, ਹੋਸ਼ ਹੈ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਜੋ ਜਾਗ ਕੇ ਜਿਉਂਦਾ ਹੈ। ਤਿੰਨ ਸ਼ਬਦ ਨੇ। ਇੱਕ ਸ਼ਬਦ ਹੈ ਵਿਵੇਕ, ਦੂਜਾ ਸ਼ਬਦ ਹੈ ਧਿਆਨ, ਤੇ ਤੀਜਾ ਸ਼ਬਦ ਹੈ ਵਿਦਿਆ। ਇਹ ਤਿੰਨੇ ਆਪਸ ਦੇ ਅੰਦਰ ਜੁੜੇ ਹੋਏ ਨੇ, ਔਰ ਗੁਰਮੁਖ ਪਿਆਰਿਓ, ਇਹ ਤਿੰਨੇ ਹੀ ਅਸਲ ਮਾਇਨਿਆਂ ਦੇ ਅੰਦਰ ਤੁਹਾਨੂੰ ਹੋਸ਼ 'ਚ ਲੈ ਕੇ ਆਉਂਦੇ ਨੇ। ਅਗਰ ਵਿਵੇਕ ਦੀ ਗੱਲ ਕਰੀਏ, ਉਹ ਤੁਹਾਨੂੰ ਜਗਾਉਂਦਾ ਹੈ। ਅਗਰ ਧਿਆਨ ਦੀ ਗੱਲ ਕਰੀਏ, ਉਹ ਵੀ ਤੁਹਾਨੂੰ ਜਗਾਉਂਦੇ ਆ। ਅਗਰ ਵਿਦਿਆ ਦੀ ਸਿੱਖਿਆ ਦੀ ਗੱਲ ਕਰੀਏ, ਤਾਂ ਉਹ ਵੀ ਜਾਗਰਤੀ ਦਿੰਦੀ ਹੈ, ਹੋਸ਼ ਦਿੰਦੀ ਹੈ। ਮਹਾਰਾਜ ਜੀ ਕਹਿੰਦੇ, ਜਿਵੇਂ ਜਿਵੇਂ ਤੁਹਾਡਾ ਅਗਿਆਨਤਾ ਨਾਲ ਪ੍ਰੇਮ ਬਣਦਾ ਹੈ, ਤਿਵੇਂ ਤਿਵੇਂ ਜੋ ਵਿਵੇਕ ਦਾ ਦੀਪ ਹੈ ਉਹ ਧੁੰਦਲਾ ਹੋ ਜਾਂਦਾ ਹੈ। ਔਰ ਜਿਵੇਂ ਜਿਵੇਂ ਤੁਹਾਡਾ ਵਿਵੇਕ ਧੁੰਦਲਾ ਹੁੰਦਾ ਹੈ, ਤਿਵੇਂ ਤਿਵੇਂ ਅਗਿਆਨਤਾ ਵੱਧਦੀ ਹੈ, ਔਰ ਜਿਵੇਂ ਜਿਵੇਂ ਅਗਿਆਨਤਾ ਵਧੇਗੀ, ਤਿਵੇਂ ਤਿਵੇਂ ਤੁਹਾਡਾ ਮਨ ਸਥਿਰ ਹੋਣ ਦੀ ਬਜਾਏ ਖਿੰਡੇਗਾ। ਔਰ ਜਿੰਨਾ ਮਨ ਖਿੰਡਿਆ ਹੁੰਦਾ ਹੈ, ਓਨੇ ਫੈਸਲੇ ਲੈਣੇ ਤੁਹਾਡੇ ਲਈ ਔਖੇ ਹੋ ਜਾਂਦੇ ਨੇ। ਵੈਸੇ ਤੇ ਵਿਵੇਕ ਦਾ ਆਖਰੀ ਅਰਥ ਹੁੰਦਾ ਹੈ ਬਿਬ ਪਲੱਸ ਏਕ। ਹਮੇਸ਼ਾ ਹੀ ਤੁਹਾਡੇ ਸਮਕਸ਼ ਦੋ ਰਾਹ ਹੋਣਗੇ। ਅਗਰ ਤੁਸੀਂ ਵਿਵੇਕੀ ਹੋ, ਤੁਹਾਡੇ ਪਾਸ ਵਿਵੇਕ ਹੈ, ਤੇ ਤੁਸੀਂ ਸਹੀ ਰਾਹ ਚੁਣੋਗੇ। ਪਰ ਜੇਕਰ ਤੁਹਾਡਾ ਵਿਵੇਕ ਧੁੰਦਲਾ ਹੈ, ਫਿਰ ਤੁਸੀਂ ਦੁਚਿੱਤੇ 'ਚ ਰਹੋਗੇ, ਭਰਮ 'ਚ ਰਹੋਗੇ, ਭੁਲੇਖੇ 'ਚ ਰਹੋਗੇ, ਫਿਰ ਤੁਸੀਂ ਡਬਲ ਮਾਈਂਡਡ ਰਹੋਗੇ। ਤੁਹਾਡੇ ਲਈ ਨਿਰਣਾ ਕਰਨਾ ਬਹੁਤ ਔਖਾ ਹੋ ਜਾਏਗਾ। ਔਰ ਅਸਲ ਮਾਇਨਿਆਂ ਦੇ ਅੰਦਰ ਉਹ ਮਨ ਸਹਿਜ ਨਹੀਂ ਹੋ ਸਕਦਾ, ਸਥਿਰ ਨਹੀਂ ਹੋ ਸਕਦਾ, ਜਿਹੜਾ ਦੁਚਿੱਤੇ 'ਚ ਹੈ। ਵਿਵੇਕ ਕੀ ਕਰਦਾ ਹੈ? ਅਗਰ ਤੁਹਾਡੇ ਕੋਲ ਵਿਵੇਕ ਹੈ, ਤੇ ਤੁਸੀਂ ਸਹੀ ਫੈਸਲਾ, ਸਹੀ ਨਿਰਣਾ ਕਰ ਸਕਦੇ ਹੋ। ਧਿਆਨ ਨੂੰ ਸਮਝਣਾ ਹੋਵੇ ਤੇ ਸਿਰਫ 1 ਮਿੰਟ ਦੀ ਜ਼ਰੂਰਤ ਹੈ। ਧਿਆਨ ਅਸਲ ਮਾਇਨਿਆਂ 'ਚ ਹੈ ਕੀ ਹੈ? ਇੱਕੋ ਹੀ ਮਿੰਟ ਲੱਗਦਾ ਹੈ, 1 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਜੇਕਰ ਆਪਾਂ ਧਿਆਨ ਨੂੰ ਸਮਝਣਾ ਹੋਵੇ। ਹੁਣ ਜੈਸੇ ਵਿਵੇਕ ਹੈ, ਤੁਹਾਡੇ ਸਾਹਮਣੇ ਦੋ ਰਾਹ ਨੇ, ਤੁਸੀਂ ਇੱਕ ਚੁਣ ਲਿਆ, ਸਹੀ ਚੁਣ ਲਿਆ, ਤੁਸੀਂ ਵਿਵੇਕੀ। ਧਿਆਨ ਦਾ ਅਰਥ ਕੀ ਹੈ? ਦੋ ਵਿਚਾਰ ਨੇ ਤੁਹਾਡੇ ਅੰਦਰ, ਦੋ ਵਿਚਾਰ ਚੱਲਦੇ ਨੇ। ਇੱਕ ਤੁਹਾਨੂੰ ਇਸ਼ਾਰਾ ਕਰੇਗਾ ਸਹੀ ਹੈ, ਇਸ਼ਾਰਾ ਕਰੇਗਾ ਗਲਤ ਹੈ। ਇੱਕ ਇਸ਼ਾਰਾ ਕਰੇਗਾ ਇਹ ਪੋਜ਼ਿਟਿਵ ਹੈ, ਇੱਕ ਇਸ਼ਾਰਾ ਕਰੇਗਾ ਨੈਗੇਟਿਵ ਹੈ। ਅਗਰ ਤੁਸੀਂ ਪੋਜ਼ਿਟਿਵ ਪੱਖ ਨੂੰ, ਪੋਜ਼ਿਟਿਵ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹੋ, ਤੇ ਸਮਝੋ ਤੁਹਾਡੇ ਕੋਲ ਧਿਆਨ ਹੈ, ਹੋਸ਼ ਹੈ, ਜਾਗਰਤੀ ਹੈ। ਜੋ ਵਿਵੇਕ ਕੰਮ ਕਰਦਾ ਹੈ ਉਹੀ ਧਿਆਨ ਕੰਮ ਕਰਦਾ ਹੈ, ਤੇ ਜੋ ਵਿਵੇਕ ਕੰਮ ਕਰਦਾ ਹੈ, ਜੋ ਧਿਆਨ ਕੰਮ ਕਰਦਾ ਹੈ, ਉਹੀ ਅਸਲ ਮਾਇਨਿਆਂ ਦੇ ਅੰਦਰ ਵਿਦਿਆ ਕੰਮ ਕਰਦੀ ਹੈ, ਗਿਆਨ ਕੰਮ ਕਰਦਾ ਹੈ। ਆਮ ਤੌਰ ਤੇ ਅਸੀਂ ਸਕੂਲ ਭੇਜਦੇ ਹਾਂ ਬੱਚਿਆਂ ਨੂੰ, ਪਹਿਲਾਂ ਆਪ ਗਏ, ਸਕੂਲ ਗਏ, ਯੂਨੀਵਰਸਿਟੀ ਗਏ, ਕਾਲਜ ਗਏ, ਹੁਣ ਆਪਾਂ ਬੱਚਿਆਂ ਨੂੰ ਭੇਜਦੇ ਹਾਂ। ਤੇ ਜੇਕਰ ਗੁਰਮੁਖ ਪਿਆਰਿਓ
मैं आप जी तो पूछा कि ਆਪਾਂ ਸਕੂਲ ਕਿਉਂ ਜਾਂਦੇ ਆ, तो ਤੁਹਾਡਾ ਸਭ ਦਾ ਵੱਖੋ ਵੱਖਰਾ ਨਜ਼ਰੀਆ ਹੋਏਗਾ ਜਵਾਬ ਦੇਣ ਦੇ ਲਈ। ਪਰ ਕਰੀਬਨ ਹਰੇਕ ਬੰਦਾ ਇਸ ਗੱਲ ਦੇ ਨਾਲ ਸਹਿਮਤ ਹੋਵੇਗਾ ਕਿ ਸਕੂਲ ਜਾਣ ਦਾ ਮਕਸਦ ਸਾਡਾ ਸਿਰਫ ਇਤਨਾ ਹੈ ਕਿ ਬੱਚਾ ਪੜ੍ਹ ਲਏਗਾ, ਚੰਗੇ ਨੰਬਰ ਲੈ ਲਏਗਾ ਤੇ ਉਹ ਚੰਗੀ ਨੌਕਰੀ ਉਹਨੂੰ ਮਿਲ ਜਾਏਗੀ, ਚੰਗਾ ਵਪਾਰ, ਚੰਗਾ ਬਿਜ਼ਨਸ, ਭਾਵ ਚੰਗਾ ਪੈਸਾ ਆਉਣਾ ਸ਼ੁਰੂ ਹੋ ਜਾਏਗਾ। ਪਰ ਅਸਲ ਮਾਇਨਿਆਂ ਦੇ ਅੰਦਰ ਸਕੂਲ ਜਾਣ ਦਾ ਮੰਤਵ ਸਿਰਫ ਇੱਥੋਂ ਤੱਕ ਨਹੀਂ ਹੈ ਕਿ ਆਪਾਂ ਚੰਗੀ ਨੌਕਰੀ ਲੱਭ ਲੈਣੀ ਹੈ, ਚੰਗਾ ਵਪਾਰ ਲੱਭ ਲੈਣਾ ਹੈ, ਚੰਗੇ ਪੈਸੇ ਕਮਾਣੇ ਨੇ। ਸਿੱਖਿਆ ਦਾ, ਗਿਆਨ ਦਾ, ਵਿੱਦਿਆ ਦਾ ਜਿਹੜਾ ਮਕਸਦ ਹੈ ਉਹ ਹੈ ਕਿ ਸਿੱਖਿਆ ਤੁਹਾਡੇ ਦਿਮਾਗ ਨੂੰ ਮਰਨ ਨਹੀਂ ਦਿੰਦੀ, ਡੈਡ ਨਹੀਂ ਹੋਣ ਦਿੰਦੀ। ਅਗਰ ਤੁਹਾਡਾ ਮਾਈਂਡ ਜਿਹੜਾ ਹੈ, ਦਿਮਾਗ ਜਿਹੜਾ ਹੈ ਉਹ ਡੈਡ ਹੋ ਚੁੱਕਾ ਹੈ ਤੇ ਸਿੱਖਿਆ ਦਾ ਕੰਮ ਹੁੰਦਾ ਹੈ ਫਿਰ ਦੁਬਾਰਾ ਉਸ ਨੂੰ ਸੰਜੀਵ ਕਰਨਾ, ਫਿਰ ਦੁਬਾਰਾ ਉਸ ਨੂੰ ਜਗਾਉਣਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਸਿੱਖਿਆ ਤੁਹਾਨੂੰ ਜਾਗਰਤੀ ਦਿੰਦੀ ਹੈ, ਤੁਹਾਨੂੰ ਜਗਾਉਂਦੀ ਹੈ, ਤੁਹਾਨੂੰ ਸਹੀ ਚੁਣਾਵ ਕਰਨ ਦੇ ਅੰਦਰ ਮਦਦ ਕਰਦੀ ਹੈ। ਹੁਣ ਇਹਦਾ ਅਰਥ ਕੀ ਹੋਇਆ ਕਿ ਤਿੰਨੇ ਹੀ ਆਪਸ ਦੇ ਅੰਦਰ ਜੁੜੇ ਹੋਏ ਨੇ। ਭਗਤ ਰਵਿਦਾਸ ਜੀ ਕਹਿੰਦੇ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਕਿ ਜਦੋਂ ਤੁਹਾਡਾ ਵਿਵੇਕ ਦਾ ਦੀਪਕ ਮਲੀਨ ਹੋ ਜਾਂਦਾ ਹੈ, ਤੁਹਾਡੇ ਜੀਵਨ 'ਚ ਤੰਦਰਾ ਤੇ ਬੇਹੋਸ਼ੀ ਆਉਣੀ ਸ਼ੁਰੂ ਹੋ ਜਾਂਦੀ ਹੈ, ਸਮਝ ਲਵੋ ਤੁਹਾਡਾ ਮਨ ਹੁਣ ਸਥਿਰ ਨਹੀਂ ਹੋ ਸਕਦਾ, ਉਹ ਨਿੱਜ ਘਰ ਦੇ ਅੰਦਰ ਟਿਕ ਨਹੀਂ ਪਾਏਗਾ। ਮਹਾਰਾਜ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਸੋ ਆਪਣੀ ਲਹਿ, ਕਿ ਜਿਹੜਾ ਇਸ ਘਰ ਦੇ ਅੰਦਰ ਜਾਗਦਾ ਹੈ, ਜਿਹੜਾ ਹੋਸ਼ 'ਚ ਰਹਿੰਦਾ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਜਿਹੜਾ ਜਾਗਦਾ ਹੈ ਸਾਬਤ ਵਸਤ ਉਸ ਨੂੰ ਪ੍ਰਾਪਤ ਹੁੰਦੀ ਹੈ। ਪਰ ਜਿਹੜਾ ਜਾਗੇ ਹੀ ਨਹੀਂ, ਮਹਾਰਾਜ ਕਹਿੰਦੇ ਉਸ ਨੂੰ ਵੱਥ ਪ੍ਰਾਪਤ ਨਹੀਂ ਹੁੰਦੀ। ਪਾਤਸ਼ਾਹ ਜੀ ਰਹਾਉ ਦੇ ਬੰਦ ਦੇ ਅੰਦਰ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ, ਮਨ ਰੇ ਨਿਜ ਕਰ ਵਾਸਾ ਹੋਏ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਪਾਤਸ਼ਾਹ ਮਨ ਨੂੰ ਸਮਝਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਾਡੇ ਜੀਵਨ ਦੇ ਨਾਲ ਸੰਬੰਧਿਤ ਹਰੇਕ ਵਿਸ਼ੇ ਤੇ ਮਹਾਰਾਜ ਗੱਲ ਕਰਦੇ ਨੇ, ਪਰ 5 ਵਿਸ਼ੇ ਐਸੇ ਨੇ ਜਿਨ੍ਹਾਂ ਤੇ ਮਹਾਰਾਜ ਬਹੁਤਾ ਜ਼ੋਰ ਦਿੰਦੇ ਨੇ। ਕੋਈ ਸ਼ਬਦ ਤੁਸੀਂ ਪੜ੍ਹੋ, ਹਰੇਕ ਸ਼ਬਦ ਦੇ ਅੰਦਰ ਇਹਨਾਂ 5 ਦੀ ਗੱਲ ਤੁਹਾਨੂੰ ਮਿਲੇਗੀ। ਪਹਿਲਾ ਪ੍ਰਮਾਤਮਾ ਅਕਾਲ ਪੁਰਖ, ਦੂਜਾ ਪ੍ਰਮਾਤਮਾ ਦਾ ਨਾਮ, ਤੀਜਾ ਗੁਰੂ, ਚੌਥਾ ਕਿਰਪਾ ਬਖਸ਼ਿਸ਼ ਮਰਾਹਮਤ ਤੇ ਪੰਜਵਾਂ ਮਨ। ਹੁਣ ਇਹ ਜਿਹੜੇ ਪਹਿਲੇ 4 ਨੇ, ਪਰਮਾਤਮਾ ਦੀ ਕਿਰਪਾ, ਗੁਰੂ ਦੀ ਕਿਰਪਾ, ਨਾਮ, ਇਹ ਤਦ ਤੁਹਾਡੇ ਕੋਲ ਆ ਸਕਦਾ ਹੈ ਜਾਂ ਤਦ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਜੇਕਰ ਤੁਸੀਂ ਪੰਜਵੇਂ ਨੂੰ ਸਮਝੋ, ਭਾਵ ਮਨ ਨੂੰ ਸਮਝੋ। ਕਿਉਂਕਿ ਸਾਰੇ ਦਾ ਸਾਰਾ ਪਸਾਰਾ ਤੁਹਾਡੇ ਜੀਵਨ ਦਾ ਉਹ ਮਨ ਤੇ ਹੀ ਟਿਕਿਆ ਹੋਇਆ ਹੈ। ਮਹਾਰਾਜ ਤਨ ਨੂੰ ਨਹੀਂ ਸਮਝਾਉਂਦੇ। ਸੰਪੂਰਨ ਬਾਣੀ ਤੁਸੀਂ ਪੜ੍ਹੋ, ਕਿਤੇ ਕਿਤੇ ਮਹਾਰਾਜ ਜੀ ਕਹਿੰਦੇ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਕਿਤੇ ਕਿਤੇ ਮਹਾਰਾਜ ਕਹਿੰਦੇ ਸਰਵਣੋ ਮੇਰਿਓ, ਕਿਤੇ ਕਿਤੇ ਮਹਾਰਾਜ ਕਹਿੰਦੇ ਇਹ ਸਰੀਰਾ ਮੇਰਿਆ। ਸਰੀਰ ਨੂੰ ਕਹਿੰਦੇ, ਅੱਖਾਂ ਨੂੰ ਕਹਿੰਦੇ, ਰਸਨਾ ਨੂੰ ਕਹਿੰਦੇ, ਪਰ ਬਹੁਤਾਤ ਦੇ ਅੰਦਰ ਗੁਰਮੁਖ ਪਿਆਰਿਓ ਮਹਾਰਾਜ ਮਨ ਨੂੰ ਹੀ ਸਮਝਾਉਂਦੇ ਨੇ। ਉਹਦਾ ਕਾਰਨ ਕੀ ਹੈ? ਕਾਰਨ ਉਹਦਾ ਇੱਕੋ ਹੀ ਹੈ। ਵਿਚਾਰਵਾਨ ਸੱਜਣ ਕਹਿੰਦੇ ਨੇ ਕਿ ਤਨ ਨਹੀਂ ਬਦਲਦਾ, ਮਨ ਬਦਲਦਾ। ਮਨ ਬਦਲੇਗਾ ਤੁਹਾਡਾ ਜੀਵਨ ਬਦਲੇਗਾ। ਸਰੀਰ ਸ਼ਾਸਤਰੀ ਕਹਿੰਦੇ ਜੇਕਰ ਤਨ ਦੀ ਗੱਲ ਕਰੀਏ ਤਾਂ ਕਰੀਬਨ 7 ਸਾਲ ਲੱਗਦੇ ਨੇ ਇਹਨੂੰ ਬਦਲਦਿਆਂ। ਪਹਿਲਾ ਬਦਲਾਵ 7 ਸਾਲਾਂ ਬਾਅਦ ਹੁੰਦਾ ਹੈ। ਜੈਸੇ ਹੀ ਬੱਚਾ ਜਨਮ ਲੈਂਦਾ ਹੈ, ਸ਼ੁਰੂਆਤ ਦੇ ਅੰਦਰ ਤੁਸੀਂ ਦੇਖੋਗੇ
ਉਹਦਾ ਚਿਹਰਾ ਬਹੁਤ ਜ਼ਿਆਦਾ ਬਦਲਦਾ, ਤੁਹਾਨੂੰ ਸਮਝ ਨਹੀਂ ਪੈਂਦੀ ਕਿਹਦੇ ਵਰਗਾ। ਫਿਰ ਹੌਲੀ ਹੌਲੀ ਉਹਦਾ ਚਿਹਰਾ ਟਿਕ ਜਾਂਦਾ ਹੈ। ਫਿਰ 7 ਸਾਲਾਂ ਬਾਅਦ, ਫਿਰ 14 ਸਾਲਾਂ ਬਾਅਦ, ਫਿਰ 21 ਸਾਲਾਂ ਬਾਅਦ, ਫਿਰ 28 ਸਾਲਾਂ ਬਾਅਦ। 7 ਸਾਲ ਪਹਿਲੀ ਆਪਣੀ ਤਸਵੀਰ ਤੁਸੀਂ ਦੇਖ ਲਿਓ, ਤੁਹਾਨੂੰ ਆਪਣੇ ਸਰੀਰ ਦੇ ਬਾਰੇ ਥੋੜ੍ਹਾ ਗਿਆਨ ਮਿਲ ਜਾਏਗਾ। ਪਰ ਜੇਕਰ ਮਨ ਦੀ ਗੱਲ ਕਰੀਏ ਤਾਂ 7 ਸਾਲ ਥੋੜ੍ਹਾ ਲੱਗਦੇ ਨੇ। ਮਨਸਵਿਦ ਕਹਿੰਦੇ ਕਿ ਕੇਵਲ 6 ਮਿੰਟ ਲੱਗਦੇ ਨੇ ਬਦਲਦਿਆਂ, ਪਰ ਗੁਰੂ ਨਾਨਕ ਮਹਾਰਾਜ ਜੀ ਬਹੁਤ ਅੱਗੇ ਨੇ। ਅੱਜ ਦਾ ਮਨੋਵਿਗਿਆਨ ਜਿਹੜਾ ਹੈ ਉਹ ਬਹੁਤ ਪਿੱਛੇ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ 6 ਮਿੰਟ ਬਹੁਤ ਲੰਮਾ ਸਮਾਂ ਅੰਤਰਾਲ ਹੁੰਦਾ ਹੈ। ਮਨ ਦੀ ਗੱਲ ਕਰੋਗੇ ਇੱਕ ਛਿਨ ਹੀ ਲੱਗਦਾ ਹੈ। ਇੱਕ ਛਿਨ ਦੇ ਅੰਦਰ ਸੱਜਣ ਜੀ ਅਸਲ ਮਾਇਨਿਆਂ ਦੇ ਅੰਦਰ ਸੱਜਣ ਬਣ ਜਾਂਦੇ ਨੇ। ਸਿਰਫ ਇੱਕ ਛਿਨ। ਉਜਲ ਕਿਹਾ ਝਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਬਸ ਆਹ ਬੋਲ ਕੰਨਾਂ 'ਚ ਪਏ ਨੇ। ਇੱਕ ਛਿਣ ਹੀ ਲੱਗਾ ਹੈ, ਜੀਵਨ ਤਬਦੀਲ ਹੋ ਗਿਆ, ਬਦਲ ਗਿਆ। ਕਬਹੂ ਜਿਹੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੇਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਬਸ ਕਦੀ ਮਹਾਰਾਜ ਜੀ ਕਹਿੰਦੇ ਇੱਕ ਛਿਣ ਦੇ ਅੰਦਰ ਚੋਰ, ਇੱਕ ਛਿਣ ਦੇ ਅੰਦਰ ਸਾਧੂ, ਇੱਕ ਛਿਣ ਦੇ ਅੰਦਰ ਭਲਾ, ਇੱਕ ਛਿਣ ਦੇ ਅੰਦਰ ਬੁਰਾ, ਇੱਕ ਛਿਣ ਦੇ ਅੰਦਰ ਪਰਉਪਕਾਰੀ, ਇੱਕ ਛਿਣ ਦੇ ਅੰਦਰ ਦੁਰਾਚਾਰੀ। ਅਸੀਂ ਹੋਰ ਥਾਵਾਂ ਤੇ ਬਹੁਤ ਧਿਆਨ ਰੱਖਦੇ ਹਾਂ। ਸਾਡਾ ਸਭ ਤੋਂ ਵੱਡਾ ਦੁਖਾਂਤ ਹੈ। ਸਾਨੂੰ ਪਤਾ ਹੈ ਸੱਜੇ ਕੀ ਚੱਲਦਾ ਪਿਆ, ਖੱਬੇ ਕੀ ਚੱਲਦਾ ਪਿਆ, ਮੇਰੇ ਗਵਾਂਢੀ ਦੇ ਘਰ ਕੀ ਚੱਲਦਾ ਪਿਆ, ਪੂਰੇ ਦੇਸ਼ 'ਚ ਕੀ ਚੱਲਦਾ ਪਿਆ। ਸਭ ਥਾਵਾਂ ਤੇ ਸਾਨੂੰ ਪਤਾ ਹੈ ਕੀ ਚੱਲਦਾ ਹੈ। ਪਰ ਜੇਕਰ ਆਪਾਂ ਅਵੇਸਲੇ ਹਾਂ ਤੇ ਇੱਕੋ ਥਾਂ ਤੇ ਅਵੇਸਲੇ ਹਾਂ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਅੰਦਰ ਕੀ ਚੱਲਦਾ ਪਿਆ। ਇਹਨੂੰ ਹੀ ਮਹਾਰਾਜ ਕਹਿੰਦੇ ਨਿਜ ਕਰ ਵਾਸਾ। ਨਿਜ ਕਰ ਵਾਸਾ ਤੋਂ ਭਾਵ ਹੈ ਕਿ ਤੁਸੀਂ ਇੰਨੇ ਹੋਸ਼ 'ਚੋ, ਤੁਹਾਡੇ ਜੀਵਨ 'ਚ ਇੰਨੀ ਜਾਗਰਤੀ ਹੈ, ਗੁਰਮੁਖ ਹੋਏ ਸੋ ਚੇਤਨ ਹੋਏ। ਅਗਿਆਨੀ ਅੰਧ ਕਮਾਏ। ਜਿਹੜਾ ਗਿਆਨੀ ਹੈ ਉਹਦੀ ਪਹਿਚਾਣ ਹੀ ਹੈ ਕਿ ਉਹ ਹਰ ਵਕਤ, ਹਰ ਦਮ, ਹਰ ਸਮੇਂ ਚੇਤਨ ਰਹਿੰਦਾ, ਹੋਸ਼ 'ਚ ਰਹਿੰਦਾ। ਔਰ ਜਿਤਨੀ ਜ਼ਿਆਦਾ ਚੇਤਨਤਾ ਹੋਏਗੀ, ਮਹਾਰਾਜ ਕਹਿੰਦੇ ਉਤਨਾ ਨਿਜ ਕਰ ਵਾਸਾ ਹੋਏ, ਉਨਾ ਤੁਹਾਡਾ ਮਨ ਟਿਕੇਗਾ। ਬੇਹੋਸ਼ੀ 'ਚ ਕੀ ਹੁੰਦਾ ਹੈ? ਵਿਚਾਰ ਲਗਾਤਾਰ ਤੁਹਾਡੇ ਅੰਦਰ ਘੁੰਮਦੇ ਰਹਿੰਦੇ ਨੇ। ਜੈਸੇ ਤੁਸੀਂ ਮੋਬਾਈਲ ਦੀ ਸਕਰੀਨ ਤੇ ਹੁੰਦੇ ਹੋ, ਤੁਸੀਂ ਕੋਈ ਐਪਲੀਕੇਸ਼ਨ ਖੋਲੀ ਹੋਈ, ਉਹਦੇ ਤੇ ਕੰਮ ਕਰਦੇ ਪਏ ਹੋ, ਪਰ ਜੋ ਤੁਸੀਂ ਖੋਲਿਆ ਉਹਦੇ ਤੇ ਤੁਸੀਂ ਕੰਮ ਕਰ ਹੀ ਰਹੇ ਹੋ, ਪਰ ਬੈਕਗਰਾਊਂਡ ਦੇ ਅੰਦਰ ਸੈਂਕੜੇ ਚੀਜ਼ਾਂ ਮੋਬਾਈਲ 'ਚ ਚੱਲਦੀਆਂ ਹੁੰਦੀਆਂ ਨੇ। ਕਈਆਂ ਦੀ ਤੁਹਾਨੂੰ ਜਾਣਕਾਰੀ ਹੁੰਦੀ ਹੈ, ਕਈਆਂ ਦੀ ਜਾਣਕਾਰੀ ਨਹੀਂ ਹੁੰਦੀ, ਆਪਣੇ ਆਪ ਹੀ ਚੱਲੀ ਜਾਂਦਾ ਕੰਮ। ਕਥਾ ਹੋ ਰਹੀ ਹੈ, ਕਥਾ ਤੁਸੀਂ ਸੁਣਦੇ ਪਏ ਹੋ, ਇਹ ਤੁਸੀਂ ਸਕਰੀਨ ਦੇ ਬਿਲਕੁਲ ਸਾਹਮਣੇ ਦੇਖ ਰਹੇ ਹੋ ਕੀ ਕੰਮ ਚੱਲਦਾ ਪਿਆ, ਪਰ ਤੁਹਾਡੇ ਬੈਕਗਰਾਊਂਡ ਦੇ ਅੰਦਰ ਬਹੁਤ ਕੁਝ ਐਸਾ ਚੱਲਦਾ ਪਿਆ ਜਿੰਦਾ ਤੁਹਾਨੂੰ ਪਤਾ ਨਹੀਂ ਹੈ। ਔਰ ਜਿੰਨਾ ਜ਼ਿਆਦਾ ਉਹ ਚੱਲੇਗਾ, ਓਨਾ ਜ਼ਿਆਦਾ ਤੁਹਾਡਾ ਟਿਕਾ ਜਿਹੜਾ ਹੈ ਉਹ ਨਹੀਂ ਬਣੇਗਾ। ਉਧਰੋਂ ਬਿਲਕੁਲ ਸਮਾਪਤੀ ਹੋ ਜਾਏਗੀ, ਤੁਹਾਡਾ ਟਿਕਾ, ਤੁਹਾਡਾ ਮਨ ਦੀ ਸਥਿਰਤਾ ਬਣ ਜਾਏਗੀ। ਪਰ ਜੇਕਰ ਉਹ ਚੱਲਦਾ ਰਹੇਗਾ, ਨਹੀਂ ਬਣੇਗੀ। ਸਾਰੇ ਥਾਵਾਂ ਦਾ ਪਤਾ ਹੈ, ਪਰ ਸਾਨੂੰ ਆਪਣੇ ਮਨ ਦਾ ਨਹੀਂ ਪਤਾ ਵੀ ਇਹਦੇ 'ਚ ਕੀ ਕੁਝ ਚੱਲਦਾ ਪਿਆ। ਜੋ ਚੱਲਦਾ ਹੈ ਉਹ ਚੱਲੀ ਜਾਂਦਾ ਹੈ। ਚੇਤਨਤਾ ਕੀ ਹੈ ਕਿ ਜੋ ਚੱਲਦਾ ਉਹ ਚੱਲਣਾ ਨਹੀਂ ਚਾਹੀਦਾ, ਜੋ ਅਸਲ ਮਾਇਨਿਆਂ ਚੱਲਣਾ ਚਾਹੀਦਾ ਉਹ ਹੀ ਚੱਲਣਾ ਚਾਹੀਦਾ। ਜਿਤਨਾ ਚੱਲਣਾ ਚਾਹੀਦਾ ਉਤਨਾ ਹੀ ਚੱਲਣਾ ਚਾਹੀਦਾ। ਔਰ ਆਪ ਜੀ ਨੂੰ ਇਸ ਗੱਲ ਦਾ ਜ਼ਰੂਰ ਗਿਆਨ ਹੋਏਗਾ ਕਿ ਸਾਡੀ ਜਿਹੜੀ ਬਹੁਤੀ ਐਨਰਜੀ ਹੈ, ਬਹੁਤੀ ਤਾਕਤ ਹੈ, ਬਹੁਤੀ ਊਰਜਾ ਹੈ, ਉਹਨੂੰ ਮਨ ਹੀ ਸੋਖ ਲੈਂਦਾ। ਇਹਨੂੰ ਆਮ ਸ਼ਬਦਾਂ 'ਚ ਆਪਾਂ ਓਵਰ ਥਿੰਕਿੰਗ ਕਹਿੰਦੇ ਹਾਂ ਕਿ ਸਾਰਾ ਦਿਨ ਬਸ ਚੱਲੀ ਜਾਂਦਾ, ਸੋਚੀ ਜਾਂਦੇ ਹਾਂ, ਜੋ ਵੀ ਆਉਂਦਾ ਚੱਲੀ ਜਾ। ਤੋ ਗੁਰਦੇਵ ਕਹਿੰਦੇ ਕਿ ਜਿਹੜਾ ਗੁਰਮੁਖ ਹੈ ਉਹ ਇਤਨਾ ਚੇਤਨ ਹੈ, ਇਤਨਾ ਹੋਸ਼ 'ਚ ਜਿਉਂਦਾ ਹੈ, ਉਹਨੂੰ ਪਤਾ ਹੈ ਕਿ ਮੇਰੇ ਅੰਦਰ ਕੀ ਚੱਲਦਾ ਪਿਆ। ਇਹਨੂੰ ਤੇ ਮਹਾਰਾਜ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੋਰ ਖੋਜਣਾ ਕੀ ਹੈ? ਪਤਾ ਹੋਣਾ ਚਾਹੀਦਾ ਹੈ ਕਿ ਚੱਲਦਾ ਕੀ ਹੈ, ਇਹੀ ਖੋਜ ਹੈ।
यही होश है, यही जागृति है। और इनू ही महाराज कहते तुसी निज घर दे अंदर टिक जाओगे जदों तुहाडे कोल ये चीज़ होवेगी। तो रहाओ दे बंद दे अंदर गुरुदेव जी कृपा करदे, मन रे निज घर वासा होए, राम नाम सलाह तू फिर आवण जान ना होए। कहते जदों तू अपने निज घर च टिकेगा, किवें टिकेगा? जदों तू अकाल पुरख परिपूर्ण परमात्मा की सिफत तो सलाह करेगा। ये रहाव का बंद है इस पावन शब्द का। आरंभ करते ने गुरुदेव, बिन गुर रोग ना टूटई, हौमै पीड़ ना जाए। हुण जदों तुसीं बेहोश होवोगे, होश च नहीं रहोगे, बहुत सारिया चीज़ां तुहाडे अंदर अपने आप आ जाणगियां। इत्थे महाराज जी कहते ने एक रोग है, सब तो भयानक रोग, उसका जिक्र करते हो। रोग है हौमे का रोग। हौमे दीर्घ रोग है, सब तो वड्डा रोग है। इस तो वड्डा रोग जिहड़ा है गुरमुख प्यारिओ दूजा कोई नहीं है। ये शिखर का रोग है। और महाराज जी पावन बाणी च कहते कि ये जख्म है, साकत हर रस साध ना जानिया, तिन अंतर हौमे कंडा है। ज्यों ज्यों चलै चुभै दुख पावै, जमकाल सह सिर डंडा है। हौमे दे दो रूप ने, एक ते प्रगट रूप है जिहड़ा तुहानूं दिखाई दिंदा है, एक प्रगट नहीं, एक लुकवा रूप है। एक रूप जिहड़ा है वो तुहानूं रस दिंदा है, क्योंकि हौमे शिखर दा रस है। इस तो वड्डा रस दूजा कोई नहीं हो सकता। पर रस दे नाल महाराज कहंदे सब तो वड्डा दुख भी है, ये सब तो वड्डी पीड़ा भी है। इस सदी का प्रसिद्ध मनुस्विद है एडलर अल्फ्रेड। वो कहता है कि मनुख का जीवन, मनुख का मन जदों मैं वाचदा, मैं समझदा ते मैं इस निर्णय ते पहुँचदा कि मनुख के जीवन के अंदर जिन्नियां भी दिक्कतां ने, जिन्नियां भी परेशानियां ने, जिन्नियां भी उलझनां ने, उन्हां दा मुख सोरस इक्को ही है। वो की है जी? उसनूं नाम दिंदा है हीन भावना। हीन भावना। हुण जिहड़ी हीन भावना है प्यारिओ, ये हंकार का ही दूजा रूप है। इसनूं थोड़ा समझण का यतन करते हैं। हीन भावना किहनूं कहने आ? तुसीं जिथे भी हो, तुसीं जैसे भी हो, तुहाडे कोल जिन्ना मर्जी है, पर फिर भी तुहाडे अंदर एक चीज़ लगातार बनी रहिंदी है कि मेरे तो कोई अगे है। एक सट जिहड़ी है तुहाडे अंदर वजदी रहिंदी है कि कोई मेरे तो अगे है। हीन भावना इसनूं कहंदे ने। और जिवें जिवें सट वजेगी तिवें तिवें जख्म गहरा हुंदा जाएगा, और जिवें जिवें जख्म गहरा होएगा तिवें तिवें दुख वधेगा। साकत हर रस साध ना जानिया, तिन अंतर हौमे कंडा है। हुण थोड़ा जिहा समझण का यतन करते हैं आपां, थोड़ा ध्यान दिओ जी। एक लाइन है, उस लाइन दे अंदर तुहाडे तो अगे भी बहुत खड़े ने ते तुहाडे तो पिछे भी बहुत खड़े ने। हुण जिहड़े तुहाडे तो पिछे खड़े ने वो गुण करके, ज्ञान करके, समझ करके, धन करके, दौलत करके, पदवी करके, अहुदे करके पिछे ने। जदों तुसीं पिछे वाल मुड़ के देखोगे तो जिहड़ी चीज़ तुहाडे मन च आएगी उहनूं कहंदे हंकार। तुहानूं रस मिलेगा, क्योंकि हंकार दा रस उदों ही हुंदा है जदों तुहाडे चार छुपेरे छोटे 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 होण। जैसे तुहाडी बहुत वड्डी कोठी है, तुहाडा बहुत वड्डा महल है, पर उस महल दे नाल चार छुपेरे उन्ने उन्ने वड्डे महल ने, तो तुहानूं अपने महल च कोई रस नज़र ही नहीं पेगा।
पर जेकर तुहाडे महल दे नेड़े तेड़े छोटे छोटे घर ने, तो जदों तुसीं अपने महल च जाओगे, बाहर आओगे, तो तुहाडा अंदर बाहर जाण दा अंदाज ही वखरा होएगा। जदों तुसीं अपने महल च होवोगे तो बिल्कुल अलहदा रस तुहानूं मिलेगा। तुहाडे कोल वड्डी सारी कार है, पर तुहाडे पड़ोसियां दे कोल सज्जे खब्बे भी वड्डियां वड्डियां लंबियां लंबियां कारां खड़ियां ने, तो तुहानूं तुहाडी कार रस नहीं देगी। पर जेकर तुहाडे कोल लंबी सारी कार है, सज्जे खब्बे छोटियां छोटियां कारां ने, वो लंबी कार जिहड़ी है तुहानूं बहुत रस देगी, बहुत आनंद देगी। चार सपेरे जदों तुसीं देखदे हो ते तुसीं देखदे हो छोटे छोटे घर ने। जदों तुसीं पिछे वाल देखदे हो अपने, तो तुहाडे तो पिछे कौन है जो गुण करके छोटा है, समझ करके छोटा है, पदवी करके छोटा है, तो तुहाडा रस हंकार च बनेगा। पर जदों तुसीं अगे वाल देखोगे तो गुण करके, समझ करके, ज्ञान करके, पदवी अहुदे करके, धन संपदा करके बहुत वड्डे वड्डे खड़े हुए हैं। तो जदों तुसीं सामने देखोगे, फिर तुहाडे अंदर एक भावना पैदा होएगी जिन्हों हीन भावना कहते हैं, वो तुहानूं सट मारेगी। महाराज कहते हंकार जख्म है, और हंकार जिहा नरक भी कोई नहीं प्यारिओ। जिन्ना वड्डा हंकार नरक है ना, इस तो वड्डा नरक दूजा कोई नहीं हो सकता। कबीर साहब जी कहते हैं, कबीर साहब जी कहते आपस को दीर्घ कर जाने औरन को लघुमात। अपने आप नूं दीर्घ करके जानदा है, दूजियां नूं छोटे करके जानदा है। मनसा बाचा कर्मना मैं देखे दोजक जात। कहंदे जिहड़ा मन करके, कर्मा करके, बचना करके आप दीर्घ बनदा है, वड्डा बनदा है। भाव जिहदे जीवन च हंकार है, हउमे है, महाराज कहंदे मैं देखे दोजक जात। मैं देखिया वो दोजक दी अग च सड़दे ने, नरक दी अग च सड़दे ने। एक जापानी दरवेश होया है हाकुन, ਉਹਦੇ पास एक व्यक्ति आया तो आके कहन लगा, कहंदा महाराज की सच च स्वर्ग ते नरक हुंदा है। उस दरवेश ने उस व्यक्ति वाल देखिया, देखण तो बाद उन्हें उसनूं जवाब नहीं दिता, बल्कि एक सवाल किया। कहंदा कि ਇਹਦਾ जवाब तो मैं तेनों बाद विच देवांगा, पर पहला तू दस तू कौन है। वो अगों जवाब दिंदा है, कहंदा जी मैं समुराई हाँ, भाव जापानी योधा हाँ। जदों उस दरवेश ने सुनिया, दरवेश ਉਹਦੇ ਵੱਲ देखदा है, देख के थोड़ा जिहा मुस्कुरांदा है ते कहंदा है तू योधा है, कमाल हो गई है। जिस फौज के अंदर तेरे वर्गे योधे होणगे, उस फौज का की हाल होएगा। शक्ल तो ते तू भिख मंगा लगदा है, कोई योधा तो नहीं लगता। जदों उसने सुनिया, ठोकर वजी जख्म ते कि मैनू नीवा दर्शाया जा रहा है, थोड़ा गुस्से च आ गया। और गुस्से च आके उसदा हाथ जिहड़ा है ना, वो तलवार दे वल चला गया। वो दरवेश ने थोड़ा फिर मुस्कुरा के कहा, अच्छा अच्छा तेरे कोल तलवार भी है, पर तलवार करेगी भी की? तेरे वर्गा बंदा म्यान चों बाहर ही नहीं कढ़ सकदा तलवार। उन्होंने होर गुस्सा चढ़िया, होर हंकार नूं सट वजी। उसने म्यान चों बाहर तलवार कढ़ के हवा च लहराई। दरवेश कहन लगा कि हुण रुक, इत्थों ही नरक का दरवाजा खुलदा है। उसनूं समझ पै गई बई दरवेश कहना की चाहता है। दरवेश दे पैरां च उसने नमस्कार की। नमस्कार की, जदों नमस्कार की, झुकिया तो दरवेश कहन लगा इत्थों ही स्वर्गां दा दरवाजा खुलदा है। अगर तुसी नरक च रहना चाहते हो तो फिर गुरमुख प्यारिओ कोई गल नहीं, जिन्ना मर्जी हंकार करो,
ਜਿੰਨਾ ਵੱਡਾ ਹੰਕਾਰ ਉਨੀ ਵੱਡੀ ਪੀੜਾ ਹੁੰਦੀ ਆ। ਅਕਾਲੀ ਕੌਰ ਸਿੰਘ ਜੀ ਨਿਹੰਗ, ਉਹਨਾਂ ਦੇ ਜੀਵਨ ਦੀ ਇੱਕ ਘਟਨਾ ਤੁਹਾਨੂੰ ਸੁਣਾਉਂਦਾ। ਉਹਨਾਂ ਦਾ ਇੱਕ ਲੇਖ ਛਪਿਆ ਅਖਬਾਰ ਦੇ ਅੰਦਰ। ਇੱਕ ਨੌਜਵਾਨ ਨੇ ਉਹ ਲੇਖ ਪੜ੍ਹਿਆ। ਜਦੋਂ ਲੇਖ ਪੜ੍ਹ ਰਿਹਾ ਸੀ ਉਹਨੂੰ ਲੇਖ ਚੰਗਾ ਨਹੀਂ ਲੱਗਾ। ਉਸਨੇ ਥੱਲੇ ਦੇਖਿਆ, ਗਿਆਨੀ ਜੀ ਦਾ ਪਤਾ ਪਹੁੰਚਿਆ, ਪਤਾ ਲੱਗਾ ਗਿਆਨੀ ਜੀ ਕਥਾ ਕਰਨ ਗਏ ਹੋਏ ਨੇ ਗੁਰਦੁਆਰਾ ਸਾਹਿਬ। ਉਹ ਗੁਰਦੁਆਰਾ ਸਾਹਿਬ ਹੀ ਚਲਾ ਗਿਆ। ਗਿਆਨੀ ਜੀ ਦੀ ਇੰਤਜ਼ਾਰ ਕਰਨ ਲੱਗਾ, ਉਡੀਕ ਕਰਨ ਲੱਗਾ। ਗਿਆਨੀ ਜੀ ਕਥਾ ਕਰਕੇ ਬਾਹਰ ਆਏ। ਜਿਵੇਂ ਹੀ ਬਾਹਰ ਆਏ ਉਸਨੇ ਅਕਾਲੀ ਕੌਰ ਸਿੰਘ ਜੀ ਨੂੰ ਪਕੜ ਲਿਆ। ਕਹਿਣ ਲੱਗਾ, ਜੀ ਗਿਆਨੀ ਜੀ ਗੱਲ ਸੁਣੋ ਹਾਂ ਮਾੜਾ ਜਿਹਾ। ਆਹ ਲੇਖ ਤੁਸੀਂ ਲਿਖਿਆ ਤੇ ਮੈਂ ਲਿਖਿਆ। ਉਸਨੇ ਜੋ ਮਨ ਚ ਆਇਆ ਬੋਲਣਾ ਸ਼ੁਰੂ ਕਰ ਦਿੱਤਾ। ਬਹੁਤ ਬੋਲਿਆ, ਬੋਲਦਾ ਰਿਹਾ। ਕੋਈ 2-3 ਮਿੰਟ ਤੋਂ ਬਹੁਤ ਬੋਲਿਆ। ਗਿਆਨੀ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਚੁੱਪ ਹੋਇਆ ਤੇ ਅਕਾਲੀ ਕੌਰ ਸਿੰਘ ਜੀ ਕਹਿਣ ਲੱਗੇ ਕਿ ਕਹਿ ਲਿਆ ਤੁਸੀਂ ਜੋ ਕਹਿਣਾ ਸੀ, ਮੈਂ ਜਾ ਸਕਦਾ। ਇਹ ਕਹਿ ਕੇ ਉਹ ਚੱਲ ਪਿਆ। ਹੁਣ ਇੱਕ ਬੰਦਾ ਰੋਹ ਚ ਹੈ, ਕ੍ਰੋਧ ਚ ਹੈ, ਉਹ ਲੜਨਾ ਚਾਹੁੰਦਾ ਤੁਹਾਡੇ ਨਾਲ ਤੇ ਤੁਸੀਂ ਬਿਲਕੁਲ ਚੁੱਪ ਰਹਿੰਦੇ ਹੋ, ਸ਼ਾਂਤ ਰਹਿੰਦੇ ਹੋ, ਉਹਦਾ ਕ੍ਰੋਧ ਹੋਰ ਵੀ ਵੱਧ ਜਾਂਦਾ। ਫਿਰ ਮੈਂ ਤੇ ਇੰਨਾ ਬੋਲ ਰਿਹਾ, ਕੋਈ ਜਵਾਬ ਹੀ ਨਹੀਂ ਦਿੰਦਾ। ਅਕਾਲੀ ਕੌਰ ਸਿੰਘ ਦਾ ਮੋਢਾ ਫੜ ਲਿਆ। ਕਹਿਣ ਲੱਗਾ, ਕਮਾਲ ਹੋ ਗਈ ਗਿਆਨੀ ਜੀ, ਮੈਂ ਇੰਨਾ ਬੋਲਿਆ, ਕੋਈ ਜਵਾਬ ਤੇ ਦੇ ਕੇ ਜਾਓ। ਅਕਾਲੀ ਕੌਰ ਸਿੰਘ ਜੀ ਕਹਿਣ ਲੱਗੇ ਕਿ ਜਵਾਬ ਕਿਹਦਾ ਦਿਆਂ? ਜੇਕਰ ਤੇ ਤੇਰੀ ਕਹੀ ਹੋਈ ਕੋਈ ਗੱਲ ਮੇਰੇ ਤੱਕ ਪਹੁੰਚਦੀ ਤੇ ਮੈਂ ਜਵਾਬ ਦਿੰਦਾ। ਹਾਂ, ਅੱਜ ਤੋਂ 5 ਸਾਲ ਪਹਿਲਾਂ ਜੇਕਰ ਤੂੰ ਆਹ ਗੱਲਾਂ ਕਹੀਆਂ ਹੁੰਦੀਆਂ, ਇਹ ਸਾਰੀਆਂ ਗੱਲਾਂ ਛੱਡ ਦੇ, ਇੱਕ ਦੋ ਹੀ ਗੱਲਾਂ ਕਹੀਆਂ ਹੁੰਦੀਆਂ ਤੇ ਤੈਨੂੰ ਮੈਂ ਚੱਕ ਕੇ ਆਪਣੇ ਗੋਡਿਆਂ ਦੇ ਹੇਠਾਂ ਰੱਖ ਲੈਣਾ ਸੀ। ਪਰ ਹੁਣ ਮੈਂ ਕੀ ਕਰਾਂ, ਜਿਹੜੀਆਂ ਤੂੰ ਗੱਲਾਂ ਕਹੀਆਂ ਨੇ ਮੇਰੇ ਤੱਕ ਪਹੁੰਚੀ ਨਹੀਂ। ਜੈਸੇ ਤੂੰ ਸ਼ੀਸ਼ੇ ਦੇ ਕੈਬਨ 'ਚ ਬੰਦ ਹੋਵੇਂ, ਤੇਰਾ ਮੂੰਹ ਹਿਲਦਾ ਦਿਸਦਾ ਸੀ, ਪਰ ਤੂੰ ਬੋਲ ਕੀ ਰਿਹਾ ਉਹ ਮੇਰੇ ਕੰਨਾਂ ਤੱਕ ਨਹੀਂ ਸੀ ਪਹੁੰਚ ਰਿਹਾ। ਜਿੰਨਾ ਵੱਡਾ ਹੰਕਾਰ ਹੁੰਦਾ ਪਿਆਰਿਓ, ਉਨੀ ਵੱਡੀ ਠੋਕਰ ਲੱਗਦੀ, ਓਨਾ ਵੱਡਾ ਜ਼ਖਮ ਹੁੰਦਾ ਹੈ। ਰਾਜਾ ਜਿੰਨਾ ਵੱਡਾ ਹੈ ਓਨਾ ਹੀ ਵੱਡਾ ਰਾਜੇ ਦਾ ਹੰਕਾਰ ਹੁੰਦਾ ਹੈ। ਰਾਜੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ, ਸਿਰਫ ਤੁਸੀਂ ਦੇਖ ਲਓ। ਰਾਜਾ ਕਹਿੰਦਾ ਇਹਦੀ ਗਰਦਨ ਉਤਾਰ ਦਿਓ, ਮੈਨੂੰ ਦੇਖਦਾ। ਕੋਈ ਸੱਜਣ ਤੁਹਾਨੂੰ ਸਤਿ ਸ੍ਰੀ ਅਕਾਲ ਨਹੀਂ ਕਹਿੰਦਾ, ਫਤਿਹ ਨਹੀਂ ਬੁਲਾਉਂਦਾ, ਤੁਸੀਂ ਕਹਿੰਦੇ ਹੋ ਵੀ ਦੇਖ, ਫਤਿਹ ਨਹੀਂ ਬੁਲਾ ਕੇ ਗਿਆ। ਉਹਦਾ ਫਤਿਹ ਨਾ ਬੁਲਾਣਾ ਹੀ ਤੁਹਾਨੂੰ ਸੱਟ ਮਾਰ ਦਿੰਦਾ। ਤੁਸੀਂ ਕਹਿੰਦੇ ਹੋ ਫਲਾਣੇ ਬੰਦੇ ਨੇ ਮੈਨੂੰ ਕਵਾਇਆ ਹੀ ਨਹੀਂ, ਬਸ ਬੁਲਾਇਆ ਹੀ ਨਹੀਂ, ਦੇਖ ਬਈ। ਹੁਣ ਬੁਲਾਣਾ ਨਾ ਬੁਲਾਣਾ ਉਹਦੀ ਮਰਜ਼ੀ ਹੈ, ਪਰ ਤੁਹਾਡਾ ਹੰਕਾਰ ਇੰਨਾ ਸ਼ਿਖਰ ਦਾ ਹੈ ਕਿ ਕੋਈ ਨਾ ਬੁਲਾਏ ਤਾਂ ਵੀ ਤੁਹਾਨੂੰ ਸੱਟ ਵੱਜ ਜਾਂਦੀ ਹੈ। ਇਹ ਇੰਨੀ ਪੀੜਾ ਦਿੰਦਾ ਹੰਕਾਰ। ਤਾਂ ਹੀ ਤੇ ਮਹਾਰਾਜ ਕਹਿੰਦੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਇਹ ਜ਼ਖਮ ਹੈ। ਕੋਈ ਵੀ ਕ੍ਰੋਧ ਦਿੰਦਾ, ਕੋਈ ਲੰਘਦਾ ਆਉਂਦਾ ਜਾਂਦਾ ਉਹਨੂੰ ਕੁਰੇਦ ਦਿੰਦਾ। ਜਿਵੇਂ ਮਾੜਾ ਜਿਹਾ ਛੇੜ ਦਿੰਦਾ ਤੁਹਾਨੂੰ, ਮਾੜੀ ਜੀ ਕੋਈ ਛੇੜਦਾ, ਛੋਟਾ ਜਿਹਾ ਕੋਈ ਮਾੜਾ ਜਿਹਾ ਚੀਜ਼ ਲਗਾਦਾ ਉਹ ਜ਼ਖਮ ਤੇ ਬੰਦਾ ਤਿਲ ਮਿਲਾ ਉੱਠਦਾ। ਇਸੇ ਤਰ੍ਹਾਂ ਪਿਆਰਿਓ ਹੰਕਾਰ ਹੈ। ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਤਪਾ ਦਿੰਦੀਆਂ ਨੇ। ਛੋਟੀਆਂ ਛੋਟੀਆਂ ਗੱਲਾਂ ਤੁਹਾਡੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਖੋਹ ਲੈਂਦੀਆਂ ਨੇ, ਕਿਉਂਕਿ ਹੰਕਾਰ ਇੰਨਾ ਵੱਡਾ ਹੈ। ਹਉਮੈ ਦੀਰਘ ਰੋਗ ਹੈ। ਤੋ ਜਿਵੇਂ ਤੁਸੀਂ ਹੰਕਾਰ ਤੋਂ ਛੁੱਟਦੇ ਹੋ, ਤਿਵੇਂ ਤੁਹਾਡੇ ਜੀਵਨ 'ਚ ਜਾਗਰਤੀ ਹੁੰਦੀ ਹੈ, ਹੋਸ਼ ਹੁੰਦੀ ਹੈ। ਔਰ ਜਿੰਨਾ ਤੁਸੀਂ ਹੋਸ਼ 'ਚ ਹੁੰਦੇ ਹੋ, ਓਨਾ ਤੁਹਾਡਾ ਜੀਵਨ ਸਹਿਜ 'ਚ ਹੁੰਦਾ ਹੈ, ਆਨੰਦ 'ਚ ਹੁੰਦਾ ਹੈ। ਅਕਾਲੀ ਕੌਰ ਸਿੰਘ ਜੀ ਕਹਿੰਦੇ, ਜੋ ਤੂੰ ਭੇਜਿਆ ਉਹ ਪਹੁੰਚਿਆ ਨਹੀਂ ਮੇਰੇ ਤੱਕ, ਕਿਵੇਂ ਜਵਾਬ ਦਿਆਂ? ਗੌਤਮ ਬੁੱਧ ਦੇ ਜੀਵਨ ਦੀ ਵੀ ਇੱਕ ਐਸੀ ਘਟਨਾ ਹੈ। ਕਹਿੰਦੇ ਉਹ ਬੈਠੇ ਸਨ, ਉਹਨਾਂ ਤੇ ਕੋਈ ਥੁੱਕ ਗਿਆ। ਹੁਣ ਜਿਹੜਾ ਉਹਦਾ ਚਚੇਰਾ ਭਰਾ ਤੇ ਚੇਲਾ ਆਨੰਦ ਸੀ,
ਉਹਨੂੰ ਬੜਾ ਗੁੱਸਾ ਲੱਗਾ ਵੀ ਕਮਾਲ ਹੋ ਗਈ ਹੈ, ਐਵੇਂ ਦਾ ਬੰਦੇ ਦੇ ਨਾਲ ਮੈਂ ਰਹਿ ਰਿਹਾ, ਜਵਾਬ ਵੀ ਨਹੀਂ ਦਿੰਦਾ ਅੱਗਿਓਂ। ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਆਪਣੀਆਂ, ਕਹਿਣ ਲੱਗਾ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ, ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ। ਕਹਿਣ ਲੱਗੇ ਵੀ ਕੀ ਹੋਇਆ, ਕਿਉਂ ਨਹੀਂ ਰਹਿਣਾ ਚਾਹੁੰਦਾ? ਕਹਿੰਦਾ ਮੈਂ ਨਹੀਂ ਰਹਿਣਾ ਚਾਹੁੰਦਾ, ਬਸ ਅੱਜ ਤੋਂ ਮੇਰਾ ਤੁਹਾਡਾ ਕੋਈ ਸਬੰਧ ਨਹੀਂ ਹੈ। ਇੱਕ ਬੰਦਾ ਥੁੱਕ ਕੇ ਚਲਾ ਜਾਂਦਾ ਤੁਹਾਡੇ ਤੇ, ਤੁਸੀਂ ਜਵਾਬ ਵੀ ਨਹੀਂ ਦਿੰਦੇ। ਕਹਿੰਦੇ ਕਿੱਥੇ ਥੁੱਕ ਹੈ? ਕਹਿੰਦੇ ਤੁਹਾਡੇ ਮੋਢਿਆਂ ਤੋਂ ਤੇ ਮੈਂ ਪੂੰਝੀ ਹੈ। ਮਹਾਤਮਾ ਕਹਿਣ ਲੱਗੇ ਖੜਾ ਹੋ ਜਾ, ਥੋੜਾ ਦੂਰੀ ਤੇ ਚਲਾ ਜਾ, ਫਿਰ ਤੂੰ ਆਪਣੀ ਮਰਜ਼ੀ ਨਾਲ ਚਲਾ ਜਾਈਂ, ਪਰ ਇੱਕ ਗੱਲ ਮੇਰੀ ਸੁਣ ਕੇ ਜਾ, ਥੋੜਾ ਦੂਰ ਚਲੇ ਜਾ। ਕਹਿੰਦਾ ਹੋਰ ਚਲੇ ਜਾਓ, ਹੋਰ ਚਲੇ ਜਾਓ, ਕਾਫੀ ਦੂਰ ਹੋ ਗਿਆ। ਕਹਿੰਦਾ ਪੱਥਰ ਚੱਕਿਆ। ਗੌਤਮ ਕਹਿਣ ਲੱਗਿਆ ਪੱਥਰ ਮੈਨੂੰ ਮਾਰ, ਜਿੰਨੀ ਵੀ ਤੇਰੇ 'ਚ ਤਾਕਤ ਹੈ ਸਾਰੀ ਲਗਾ ਦੇ। ਪੂਰੀ ਜ਼ੋਰ ਨਾਲ ਉਸਨੇ ਪੱਥਰ ਸਿੱਟਿਆ, ਪਰ ਪੱਥਰ ਪਹੁੰਚਿਆ ਨਹੀਂ, ਕਿਉਂਕਿ ਦੂਰੀ ਬਹੁਤ ਸੀ ਵਿਚਕਾਰ। ਗੌਤਮ ਬੁੱਧ ਕਹਿਣ ਲੱਗੇ ਕਿ ਹੁਣ ਦੱਸ ਵੀ ਜਿਹੜਾ ਪੱਥਰ ਮੈਨੂੰ ਵੱਜਿਆ ਹੀ ਨਹੀਂ, ਜਿਸ ਪੱਥਰ ਨੇ ਮੈਨੂੰ ਜ਼ਖਮ ਹੀ ਨਹੀਂ ਕੀਤਾ, ਕਿ ਮੈਂ ਉਹਦਾ ਜਵਾਬ ਦਿਆਂ? ਜੇਕਰ ਮੈਨੂੰ ਕੋਈ ਚੀਜ਼ ਲੱਗੇਗੀ ਮੈਂ ਜਵਾਬ ਦਿਆਂਗਾ। ਅਕਾਲੀ ਕੌਰ ਸਿੰਘ ਕਹਿੰਦੇ ਕਿ ਜੇਕਰ ਕੋਈ ਮੇਰੇ ਕੋਲ ਪਹੁੰਚੇਗਾ ਤੇ ਮੈਂ ਜਵਾਬ ਦਿਆਂਗਾ, ਜੇਕਰ ਪਹੁੰਚੇ ਨਹੀਂ ਜਵਾਬ ਕਿਵੇਂ ਦਿਆਂਗਾ? ਹੰਕਾਰ ਛੋਟੀ ਛੋਟੀ ਚੀਜ਼ ਤੁਹਾਡੇ ਤੱਕ ਪਹੁੰਚਾ ਦਿੰਦਾ ਹੈ, ਛੋਟੀਆਂ ਛੋਟੀਆਂ ਗੱਲਾਂ। ਹੰਕਾਰ ਤੋੜਦਾ ਹੈ, ਖੰਡ ਖੰਡ ਕਰਦਾ ਹੈ ਸਾਡੇ ਰਿਸ਼ਤੇ, ਸਾਡੇ ਨਾਤੇ। ਛੋਟੀਆਂ ਛੋਟੀਆਂ ਗੱਲਾਂ ਕਰਕੇ ਆਪਾਂ ਟੁੱਟ ਜਾਂਦੇ ਹਾਂ। ਕਿਉਂ ਟੁੱਟ ਜਾਂਦੇ ਹਾਂ? ਹੰਕਾਰ। ਸੱਸ ਤੇ ਨੂੰਹ, ਭੈਣ ਭਰਾ, ਭਰਾ ਭਰਾ, ਇਹ ਜਿੰਨੇ ਵੀ ਸਾਰੇ ਸੰਬੰਧ ਨੇ ਗੁਰਮੁਖ ਪਿਆਰਿਓ, ਇਹਨਾਂ 'ਚੋਂ ਰਸ ਖਤਮ ਹੋ ਜਾਂਦਾ। ਕਦੋਂ? ਜਦੋਂ ਬੰਦੇ ਦੇ ਜੀਵਨ 'ਚ ਹੰਕਾਰ ਹੁੰਦਾ ਹੈ। ਵੈਸੇ ਤੇ ਸਤਿਗੁਰੂ ਕਹਿੰਦੇ ਤਨ ਪਿਰਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਭੇਤ ਕਰਾਰੀ। ਰੱਬ ਤੇ ਸਾਡੇ ਵਿਚਕਾਰ ਤੇ ਫਾਸਲਾ ਬਣਾਉਂਦੀ ਹੋਈ ਹੈ, ਪਰ ਗੁਰਮੁਖੋ ਪਰਿਵਾਰ 'ਚੋਂ ਵੀ ਰਸ ਖਤਮ ਕਰ ਦਿੰਦੀ ਹੈ ਹਉਮੈ। ਕਿਉਂ? ਕਿਉਂਕਿ ਇਹ ਜ਼ਖਮ ਹੈ, ਇਹਨੂੰ ਕੁਰੇਦੋਗੇ ਦੁੱਖ ਹੋਏਗਾ। ਤੋ ਪਾਤਸ਼ਾਹ ਕਹਿੰਦੇ ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਹੁਣ ਇਹ ਪੀੜ ਜਾਏਗੀ ਕਿਵੇਂ? ਕੌਣ ਹੈ ਜੋ ਤੁਹਾਡੇ ਹੰਕਾਰ ਨੂੰ ਖਤਮ ਕਰਦਾ ਹੈ? ਤੋ ਸਤਿਗੁਰੂ ਕਹਿੰਦੇ ਇੱਕੋ ਰਾਹ ਹੈ। ਉਹ ਰਾਹ ਕਿਹੜਾ ਹੈ? ਬਿਨ ਗੁਰ, ਗੁਰੂ ਰਾਹ ਹੈ। ਗੁਰੂ ਤੋਂ ਬਿਨਾਂ ਪਿਆਰਿਓ ਇਹ ਰੋਗ ਨੂੰ ਕੋਈ ਖਤਮ ਨਹੀਂ ਕਰ ਸਕਦਾ। ਮੈਂ ਤੇ ਬੇਨਤੀ ਕਰਦਾ ਹੁੰਦਾ ਕਿ ਜਿੰਨੇ ਮਨ ਦੇ ਤਾਪ ਨੇ ਨਾ, ਉਹਨਾਂ ਲਈ ਕੋਈ ਵੈਦ ਨਹੀਂ ਜੇ, ਇੱਕੋ ਹੀ ਵੈਦ ਹੈ, ਉਹ ਗੁਰੂ ਹੈ। ਅੱਜ ਸਾਡੇ ਜੀਵਨ 'ਚ ਤਨ ਦੇ ਰੋਗ ਬਹੁਤ ਘੱਟ ਨੇ, ਮਨ ਦੇ ਰੋਗ ਬਹੁਤੇ ਨੇ। ਕਿਉਂ? ਕਿਉਂਕਿ ਸਾਡਾ ਤੇ ਸਾਡੇ ਗੁਰੂ ਦਾ ਸੰਬੰਧ ਹੀ ਨਹੀਂ ਰਿਹਾ। ਔਰ ਜਦੋਂ ਤੁਸੀਂ ਗੁਰੂ ਨਾਲੋਂ ਟੁੱਟ ਜਾਓਗੇ, ਮਹਾਰਾਜ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਬੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਫਿਰ ਤੇ ਵਿਲਕਣਾ ਹੈ। ਗੁਰੂ ਨਾਲ ਜੁੜੋ, ਫਿਰ ਮਨ ਅਸਲ ਘਰ 'ਚ ਟਿਕੇਗਾ। ਮਨ ਤੋਂ ਜੋਤ ਸਰੂਪ ਹੈ। ਫਿਰ ਇਹੀ ਮਨ ਤੁਹਾਡਾ ਸਹਾਈ ਬਣ ਜਾਏਗਾ, ਤੁਹਾਡਾ ਮਿੱਤਰ ਬਣ ਜਾਏਗਾ। ਇੱਕ ਸੱਜਣ ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਇੱਕ ਇੱਕ ਗੱਲ ਨੂੰ ਰਿਪੀਟ ਕਰਦਾ। ਕਹਿੰਦਾ ਜਿੰਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਉਹਨੇ ਸਾਰੇ ਦੁਸ਼ਮਣ ਜਿੱਤ ਲਿਆ। ਰਿਪ ਮੀਨ ਦੁਸ਼ਮਣ, ਮਨ ਰਿਪ ਮਨ ਰੂਪੀ ਦੁਸ਼ਮਣ। ਜਿਸਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਉਹਨੇ ਸਾਰੇ ਦੁਸ਼ਮਣ ਜਿੱਤ ਲਏ। ਪਰ ਮਨ ਰਿਪ ਜੀਤੇ, ਜੇਕਰ ਮਨ ਰੂਪੀ ਦੁਸ਼ਮਣ ਜਿੱਤ ਗਿਆ, ਸਭ ਰਿਪ ਜੀਤੇ, ਫਿਰ ਸਮਝੋ ਸਾਰੇ ਤੁਹਾਡੇ ਦੁਸ਼ਮਣ ਜਿੱਤ ਗਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਜੀਤੇ ਜਗ ਜੀਤ। ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ, ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਤੁਹਾਡੇ ਮਨ 'ਚ ਵਸਦਾ ਹੈ। ਉਹ ਤੁਹਾਡੇ ਮਨ ਨੂੰ ਨਿੱਜ ਘਰ 'ਚ ਲੈ ਕੇ ਜਾਂਦਾ ਹੈ, ਤੁਹਾਡੇ ਮਨ ਨੂੰ ਟਿਕਾ ਦਿੰਦਾ ਹੈ। ਸਾਰੀਆਂ ਉਲਝਣਾਂ ਖਤਮ ਹੋ ਜਾਂਦੀਆਂ ਨੇ, ਮਨ ਦਾ ਭੱਜਣਾ ਦੌੜਨਾ ਖਤਮ ਹੋ ਜਾਂਦਾ ਹੈ। ਤੁਸੀਂ ਹੋਸ਼ 'ਚ ਰਹਿੰਦੇ ਹੋ, ਚੇਤਨ ਰਹਿੰਦੇ ਹੋ। ਤੁਹਾਨੂੰ ਪਤਾ ਹੈ ਤੁਸੀਂ ਕੀ ਸੋਚ ਰਹੇ ਹੋ, ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਬੋਲ ਰਹੇ ਹੋ, ਤੁਹਾਨੂੰ ਪਤਾ ਹੈ। ਇਹੀ ਜਾਗਰਤੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹੀ ਧਿਆਨ ਹੈ,
ਤੁਹਾਨੂੰ ਪਤਾ ਹੋਣਾ ਚਾਹੀਦਾ। ਇਹੀ ਸਿਮਰਤੀ ਹੈ, ਇਹੀ ਚੇਤਾ ਹੈ, ਇਹੀ ਨਾਮ ਹੈ, ਇਹੀ ਸਿਮਰਨ ਹੈ। ਇਹ ਸਾਰੇ ਪ੍ਰਿਆਵਾਚੀ ਸ਼ਬਦ ਨੇ। ਇਹੀ ਵਿਵੇਕ ਹੈ, ਇਹੀ ਵਿਦਿਆ ਹੈ, ਇਹੀ ਗਿਆਨ ਹੈ ਕਿ ਤੁਸੀਂ ਜਾਗਦੇ ਹੋ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਅਗਿਆਨੀ ਬੰਦੇ ਦਾ ਸਾਰਾ ਜੀਵਨ ਹਨੇਰੇ 'ਚ ਜਾਂਦਾ ਹੈ, ਕਿਉਂਕਿ ਉਹ ਹੋਸ਼ ਵਾਲੇ ਪਾਸੇ ਆਉਂਦਾ ਹੀ ਨਹੀਂ। ਅਗਿਆਨਤਾ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਗੁਰੂ ਦੇ ਸ਼ਬਦ ਦੇ ਜ਼ਰੀਏ ਨਾਮ ਟਿਕਦਾ, ਨਾਮ ਦੇ ਜ਼ਰੀਏ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਸ਼ਬਦ ਤੋਂ ਤੁਸੀਂ ਭਟਕਦੇ ਰਹੋਗੇ। ਵਹਿਮ ਸਹਿਮ ਭਰਮ ਭੁਲੇਖੇ ਸ਼ੰਕੇ ਦੁੱਖ ਡਰ ਭੈ ਤੁਹਾਡੇ ਮਨ ਦੀ ਉਪਜ ਨੇ, ਤੁਹਾਡੇ ਮਨ 'ਚ ਰਹਿੰਦੇ ਨੇ, ਤੁਹਾਨੂੰ ਪਰੇਸ਼ਾਨ ਕਰਦੇ ਨੇ। ਗੁਰਦੇਵ ਕਹਿੰਦੇ ਸਾਰੇ ਭਰਮ ਭੁਲੇਖੇ ਚਲੇ ਜਾਣਗੇ। ਗੁਰੂ ਨੂੰ ਥਾਂ ਦਿਓ, ਗੁਰੂ ਨੂੰ ਜਗ੍ਹਾ ਦਿਓ, ਗੁਰੂ ਨੂੰ ਆਪਣੇ ਅੰਦਰ ਜਾਣ ਦਿਓ, ਸ਼ਬਦ ਨੂੰ ਆਪਣੇ ਕੰਨਾਂ ਦੇ ਜ਼ਰੀਏ ਆਪਣੇ ਅੰਦਰ ਜਾਣ ਦਿਓ। ਜਦੋਂ ਸ਼ਬਦ ਅੰਦਰ ਜਾਏਗਾ ਤੁਹਾਡੇ ਸਾਰੇ ਰੋਗ ਖਤਮ ਹੋ ਜਾਣਗੇ ਪਿਆਰਿਓ। ਪਰ ਜੇਕਰ ਢਾਲ ਬਣ ਕੇ ਆਪਾਂ ਢਾਲ ਲੈ ਲਈ, ਕੰਨਾਂ ਦੇ ਰਾਹੀਂ ਜਾਣ ਹੀ ਨਹੀਂ ਕੁਝ ਦਿੰਦੇ ਅੰਦਰ, ਫਿਰ ਨਹੀਂ। ਸਤਿਗੁਰੂ ਸੂਰਮੈ ਬਾਇਆ ਬਾਣ ਜੋ ਏਕ। ਹੁਣ ਉਹ ਬਾਣ ਤੁਹਾਡੇ ਲੱਗੇਗਾ ਤਾਂ ਹੀ ਅਸਰ ਕਰੇਗਾ। ਜੇਕਰ ਬਾਣ ਨੂੰ ਤੁਸੀਂ ਲੱਗਣ ਹੀ ਨਹੀਂ ਦਿੰਦੇ ਫਿਰ ਅਸਰ ਕਿਵੇਂ ਕਰੇਗਾ। ਮਨ ਰੇ ਨਿਜ ਕਰ ਵਾਸਾ ਹੋਏ, ਆਹ ਢੰਗ ਹੈ ਕਿਵੇਂ ਤੁਹਾਡਾ ਮਨ ਨਿਜ ਘਰ ਦੇ ਅੰਦਰ ਟਿਕਦਾ ਹੈ। ਰਾਮ ਨਾਮ ਸਲਾਹ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ। ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ। ਮਹਾਰਾਜ ਕਹਿੰਦੇ ਇੱਕ ਪ੍ਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਉਹੀ ਸਾਰੀ ਸ੍ਰਿਸ਼ਟੀ 'ਚ ਵਰਤਦਾ ਹੈ, ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਰਚਦਾ ਹੈ ਔਰ ਇਹਦੀ ਪਾਲਣਾ ਕਰਦਾ ਹੈ, ਆਧਾਰ ਦਿੰਦਾ ਹੈ। ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਮਹਾਰਾਜ ਕਹਿੰਦੇ ਸ਼ਬਦ ਦੇ ਜ਼ਰੀਏ ਹੀ ਅਸਲ ਮਾਇਨਿਆਂ ਦੇ ਅੰਦਰ ਤੁਹਾਡਾ ਮਨ ਟਿਕਾ 'ਚ ਆਉਂਦਾ ਹੈ, ਸੁਖ ਤੇ ਸਹਿਜ 'ਚ ਸਥਿਰ ਹੁੰਦਾ ਹੈ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤਾਂ ਦੇ। ਇੱਥੇ ਗੱਲ ਧਿਆਨ 'ਚ ਲੈ ਲਿਓ। ਮਹਾਰਾਜ ਕਹਿੰਦੇ ਕਿ ਉਹਦੀ ਨਜ਼ਰੇ ਅਨਾਇਤ ਹੋਣੀ ਚਾਹੀਦੀ ਹੈ, ਉਹਦੀ ਕਿਰਪਾ ਹੋਣੀ ਚਾਹੀਦੀ ਹੈ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਕਿ ਦੋ ਸ਼ਬਦ ਨੇ, ਇੱਕ ਹੈ ਪ੍ਰਯਾਸ ਤੇ ਇੱਕ ਹੈ ਪ੍ਰਸ਼ਾਦ। ਪ੍ਰਯਾਸ ਨਾਲ ਬਹੁਤ ਕੁਝ ਮਿਲਦਾ, ਸਭ ਕੁਝ ਨਹੀਂ ਮਿਲਦਾ। ਪਰ ਪ੍ਰਸ਼ਾਦ ਨਾਲ ਸਭ ਕੁਝ ਮਿਲ ਜਾਂਦਾ। ਫਿਰ ਦੁਬਾਰੀ ਬੇਨਤੀ ਕਰਦੇ ਹਾਂ ਕਿ ਪ੍ਰਯਾਸ ਨਾਲ ਬਹੁਤ ਕੁਝ ਮਿਲਦਾ, ਸਭ ਕੁਝ ਨਹੀਂ ਮਿਲਦਾ। ਪ੍ਰਸ਼ਾਦ ਨਾਲ ਸਭ ਕੁਝ ਮਿਲ ਜਾਂਦਾ। ਪ੍ਰਯਾਸ ਤੁਸੀਂ ਕਰਨਾ, ਪ੍ਰਸ਼ਾਦ ਗੁਰੂ ਦਿੰਦਾ। ਜੋ ਗੁਰੂ ਦਿੰਦਾ ਹੈ ਉਹਦੇ ਸਾਹਮਣੇ ਕੁਝ ਵੀ ਨਹੀਂ ਟਿਕਦਾ। ਤੁਹਾਡਾ ਪ੍ਰਯਾਸ ਸਫਲ ਅਸਫਲ ਹੁੰਦਾ ਰਹਿੰਦਾ, ਪਰ ਗੁਰੂ ਦਾ ਪ੍ਰਸ਼ਾਦ ਪਿਆਰਿਓ ਅਜਾਈ ਨਹੀਂ ਜਾਂਦਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਸਾਰੇ ਕਾਰਜ ਰਾਸ ਹੁੰਦੇ ਨੇ। ਕਹਿੰਦੇ ਜਿਹਦੇ ਤੇ ਉਹ ਨਜ਼ਰ ਕਰਦਾ ਹੈ, ਜਿਹਦੇ ਤੋਂ ਕਿਰਪਾ ਕਰਦਾ ਹੈ, ਜਿਹਦੇ ਤੇ ਉਹ ਰਹਿਮਤ ਕਰਦਾ ਹੈ, ਉਹਨੂੰ ਦਾਤ ਮਿਲਦੀ ਹੈ। ਹੁਣ ਇਹਦਾ ਅਰਥ ਨਾ ਲੈ ਲਿਆ ਜੇ ਕਿ ਪ੍ਰਮਾਤਮਾ ਵਿਤਕਰਾ ਕਰਦਾ ਹੈ। ਉਹਦੇ ਲਈ ਸਭ ਆਪਾਂ ਬਰਾਬਰ ਹਾਂ। ਤੁਹਾਡੀ ਯੋਗਤਾ 'ਤੇ ਡਿਪੈਂਡ ਕਰਦਾ ਹੈ ਤੁਸੀਂ ਆਪਣੇ ਆਪ ਨੂੰ ਯੋਗ ਬਣਾਇਆ ਕਿ ਨਹੀਂ ਬਣਾਇਆ। ਹਉਮੈ ਸਭਾ ਗਣਤ ਹੈ, ਗਣਤੇ ਨੌ ਸੁਖ ਨਾਹੇ। ਮਹਾਰਾਜ ਕਹਿੰਦੇ ਹਉਮੈ ਚਿੰਤਾ ਪੈਦਾ ਕਰਦੀ ਹੈ, ਤੇ ਜਿੱਥੇ ਚਿੰਤਾ ਹੈ ਉੱਥੇ ਗੁਰਮੁਖੋ ਸੁਖ ਨਹੀਂ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਹੇ। ਮਹਾਰਾਜ ਕਹਿੰਦੇ ਮਨਮੁਖ ਬੰਦੇ ਦੇ ਜੀਵਨ 'ਚ ਹਉਮੈ, ਹੰਕਾਰ, ਵਿਕਾਰ, ਵਾਸ਼ਨਾਵਾਂ ਇੰਨੇ ਆਲੇ ਦਰਜੇ 'ਤੇ ਹੁੰਦੀਆਂ ਨੇ ਕਿ ਉਹਦਾ ਜੀਵਨ ਬਿਖ ਨਾਲ ਭਰ ਜਾਂਦਾ ਹੈ, ਜ਼ਹਿਰ ਨਾਲ ਭਰ ਜਾਂਦਾ ਹੈ। ਅੰਦਰ ਵੀ ਜ਼ਹਿਰ, ਬਾਹਰ ਵੀ ਜ਼ਹਿਰ। ਅੰਦਰ ਜ਼ਹਿਰ, ਨੇਤਰਾਂ 'ਚ ਜ਼ਹਿਰ, ਬੋਲਾਂ 'ਚ ਜ਼ਹਿਰ, ਕਰਮਾਂ 'ਚ ਜ਼ਹਿਰ। ਜੋ ਅੰਦਰ ਹੈ ਉਹ ਸਮਾਂ ਪਾ ਕੇ ਬਾਹਰ ਪ੍ਰਗਟ ਹੋ ਜਾਂਦਾ ਹੈ। ਬਿਨ ਨਾਵੇਂ ਠੌਰ ਨਾ ਪਾਏ ਨੀ, ਜੰਮਪੁਰ ਦੁਖ ਸਹਾਏ। ਬਿਨਾਂ ਨਾਮ ਤੋਂ, ਬਿਨਾਂ ਬਖਸ਼ਿਸ਼ ਤੋਂ ਥਾਂ ਨਹੀਂ ਜੀ ਮਿਲਦੀ। ਕਿੱਥੇ? ਜਿੱਥੇ ਨਿਜ ਘਰ ਹੈ, ਜਿੱਥੇ ਤੁਹਾਡੇ ਮਨ ਨੇ ਟਿਕਣਾ ਹੈ, ਸਥਿਰ ਹੋਣਾ ਹੈ। ਉਹਦੀ ਕਿਰਪਾ ਤੋਂ ਬਿਨਾਂ ਮਹਾਰਾਜ ਕਹਿੰਦੇ ਥਾਂ ਨਹੀਂ ਹੈ, ਸਥਿਰਤਾ ਨਹੀਂ ਹੈ, ਦੁੱਖ ਨਹੀਂ ਜਾਂਦਾ। ਜਮਾਂ ਦੀ ਮਾਰ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਸਹਿਣੀ ਪੈਂਦੀ ਹੈ।
ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ। ਮਹਾਰਾਜ ਕਹਿੰਦੇ ਜਿਉ ਵੀ ਇਹ ਪਿੰਡ ਵੀ ਸਭ ਉਹਨੇ ਦਿੱਤਾ ਹੈ, ਉਹਦੇ ਆਧਾਰ ਤੇ ਹੀ ਇਹ ਸਾਰਾ ਕੁਝ ਚੱਲਦਾ ਪਿਆ ਹੈ। ਗੁਰ ਪ੍ਰਸਾਦੀ ਬੂਝੀਐ ਤਾਂ ਪਾਏ ਮੋਹ ਦਵਾਰ। ਫਿਰ ਦੁਬਾਰਾ ਮਹਾਰਾਜ ਰਿਪੀਟ ਕਰਦੇ, ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਬੁੱਝਿਆ ਜਾਣਾ ਹੈ, ਗੁਰੂ ਦੀ ਕਿਰਪਾ ਨਾਲ ਹੀ ਮੋਖ ਦਵਾਰ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਕੱਖ ਵੀ ਨਹੀਂ ਹੈਗਾ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੱਖ ਨਹੀਂ ਹੈਗਾ। ਇਸੇ ਲਈ ਗੁਰੂ ਤੋਂ ਗੁਰੂ ਦੀ ਕਿਰਪਾ ਮੰਗੀਏ। ਜਿੰਨੀ ਕਿਰਪਾ ਓਨਾ ਤਰਸ, ਜਿੰਨਾ ਤਰਸ ਓਨਾ ਤੁਹਾਡਾ ਜੀਵਨ ਸੁਖਾਲਾ। ਤੋ ਗੁਰੂ ਤੋਂ ਗੁਰੂ ਦੀ ਕਿਰਪਾ ਮੰਗੀਏ। ਗੁਰ ਪ੍ਰਸਾਦੀ ਬੂਝੀਏ ਤਾਂ ਪਾਏ ਮੁਖ ਦਵਾਰ। ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾ ਵਾਰ। ਹੈ ਨਾਨਕ ਉਸ ਪਰਿਪੂਰਨ ਪ੍ਰਮਾਤਮਾ ਨੂੰ ਸਲਾਹ, ਉਸ ਦੀ ਵਡਿਆਈ ਕਰ ਜਿਹਦਾ ਕੋਈ ਉਰਲਾ ਤੇ ਪਾਰਲਾ ਬੰਨਾ ਨਹੀਂ ਹੈ। ਸੋ ਸੰਪੂਰਨ ਸ਼ਬਦ ਦੇ ਅੰਦਰ ਗੁਰਦੇਵ ਜੀ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ, ਮਨ ਕਿਵੇਂ ਟਿਕੇਗਾ, ਮਨ ਕਿਵੇਂ ਸਥਿਰ ਹੋਏਗਾ। ਜਦੋਂ ਮਨ ਸਥਿਰ ਹੋਏਗਾ, ਅਗਿਆਨਤਾ ਦਾ ਹਨੇਰਾ ਛੱਟ ਜਾਏਗਾ, ਅਗਿਆਨਤਾ ਜਾਏਗੀ ਤੇ ਫਿਰ ਗੁਰਮੁਖ ਪਿਆਰਿਓ ਤੁਹਾਡੇ ਜੀਵਨ 'ਚ ਟਿਕਾਓ ਤੇ ਸਥਿਰਤਾ ਬਣੇਗੀ। ਜਿੰਨੀ ਗਹਿਰੀ ਸਥਿਰਤਾ ਹੋਏਗੀ ਉਤਨੇ ਵਿਕਾਰ ਤੁਹਾਡੇ ਜੀਵਨ 'ਚੋਂ ਖਤਮ ਹੋ ਜਾਣਗੇ, ਨਸ ਜਾਣਗੇ, ਦੌੜ ਜਾਣਗੇ। ਨਸ ਵੰਜਹੂ ਕਿਲ ਵਿਖੋ ਕਰਤਾ ਘਰ ਆਇਆ ਰਾਮ। ਤੇ ਇਹ ਸਾਰਾ ਕੁਝ ਇੱਕੋ ਢੰਗ ਨਾਲ ਹੋਣਾ ਹੈ, ਇੱਕੋ ਹੀ ਤਰੀਕਾ ਹੈ ਜੋ ਆਰੰਭ ਵਿੱਚ ਮਹਾਰਾਜ ਜੀ ਕਹਿੰਦੇ ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਗੁਰੂ ਦਾ ਤਰਸ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ। ਇਸੇ ਕਰਕੇ ਗੁਰਮੁਖ ਪਿਆਰਿਓ ਜਿੱਥੇ ਤੁਸੀਂ ਆਪਣੇ ਪ੍ਰਯਾਸ ਵੱਲ ਧਿਆਨ ਦੇਣਾ ਨਾ, ਉੱਥੇ ਪ੍ਰਸ਼ਾਦ ਵੱਲ ਧਿਆਨ ਦਿਓ। ਉਦਮ ਤੇ ਕਰਨਾ ਹੈ, ਉਦਮ ਕਰਿੰਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਜ। ਉਦਮ ਤੋਂ ਬਿਨਾਂ ਕੱਖ ਨਹੀਂ ਹੈਗਾ, ਪਰ ਉਦਮ ਦੇ ਨਾਲ ਕਿਰਪਾ ਬਖਸ਼ਿਸ਼। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾ, ਜਿਹਨੂੰ ਤੂੰ ਦਿੰਦਾ ਉਹ ਪ੍ਰਾਪਤ ਕਰ ਲੈਂਦਾ। ਸੋ ਇਹ ਸਾਰੀ ਦਾਤ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰਮਤ ਨਾਲ ਪ੍ਰਾਪਤ ਹੁੰਦੀ ਹੈ। ਗੁਰਮੁਖੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਮੂਹ ਗੁਰਦੁਆਰਾ ਸਟਾਫ, ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ, ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।